ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 8 ਅਗਸਤ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਲਾਹੌਰ ਤੋਂ ਹੈ ਤੇ ਲਾਹੌਰ ਦੇ ਥੀਏਟਰਾਂ ਤੋਂ। ਲਾਹੌਰ ਦੇ ਵਿੱਚ ਥੀਏਟਰ, ਸਟੇਜ ਡਰਾਮੇ ਜੋ ਵੀ ਆਖਣਾ ਤੁਸੀਂ ਉਹਨਾਂ ਨੂੰ, ਉਹ ਹੁੰਦੇ ਨੇ, ਤੁਹਾਨੂੰ ਸਾਰਿਆਂ ਨੂੰ ਪਤਾ। ਤੇ ਪਿਛਲੇ ਵਾਹਵਾ ਸਾਰੇ ਵਰ੍ਹਿਆਂ ਤੋਂ ਉਹ ਕੋਈ ਬੜੇ ਚੰਗੇ ਨਹੀਂ ਹੁੰਦੇ। ਉਹਨਾਂ ਦੇ ਵਿੱਚ ਆਖਿਆ ਜਾਂਦਾ ਹੈ ਵੀ ਗਲੀਜ਼ ਕਿਸਮ ਦੇ ਡਾਂਸ ਕੀਤੇ ਜਾਂਦੇ ਨੇ ਅਤੇ ਉੱਥੇ ਜਿਹੜੇ ਸ਼ੇਰ ਨੇ ਗਾਣਿਆਂ ਦੇ ਉਹ ਵੀ ਗੰਦੇ ਹੁੰਦੇ ਨੇ। ਉਹਨਾਂ ਦੇ ਉੱਤੇ ਜਿਹੜਾ ਡਾਂਸ ਹੁੰਦਾ ਉਹ ਵੀ ਗੰਦਾ ਹੀ ਹੁੰਦਾ ਅਤੇ ਉਹ ਡਾਂਸ ਕਰਦਿਆਂ ਹੀ ਕੁੜਤੇ ਸ਼ੁੜਤੇ ਵੀ ਲਾ ਦਿੰਦੇ ਨੇ ਜਿਹੜੇ ਅਦਾਕਾਰ ਜਾਂ ਅਦਾਕਾਰਾਂ ਨੇ। ਨੰਗੇ ਡਾਂਸ ਹੁੰਦੇ ਨੇ ਦੂਸਰੇ ਲਫ਼ਜ਼ਾਂ ਦੇ ਵਿੱਚ। ਫਾਸ਼ੀ ਹੈ, ਰਿਆਨੀ ਹੈ, ਔਰ ਉਹਦੇ ਉੱਤੇ ਪੂਰੀ ਕੌਮ ਨੂੰ ਬੜਾ ਇਤਰਾਜ਼ ਹੈ। ਲੇਕਿਨ ਜਦੋਂ ਕੋਈ ਕੰਮ ਦਾ ਡਰਾਮਾ ਹੁੰਦਾ ਲਾਹੌਰ ਦੇ ਵਿੱਚ ਤਾਂ ਉਹਨੂੰ ਕੋਈ ਵੇਖਣ ਨਹੀਂ ਜਾਂਦਾ। ਹੁਣ ਮੁਸੀਬਤ ਇਹ ਹੈ ਕਿ ਲੋਕਾਂ ਨੇ ਕੰਮ ਦੇ ਡਰਾਮੇ ਕਰ ਕਰਕੇ ਬੜੇ ਜਿਹੜੇ ਵੱਡੇ ਆਰਟਿਸਟ ਨੇ ਉਹ ਵਿਚਾਰੇ ਭੁੱਖ ਮਰ ਗਏ। ਜਿਸ ਵੇਲੇ ਵੀ ਕੰਮ ਦਾ ਕੋਈ ਡਰਾਮਾ ਲਿਖਿਆ, ਉਹਨੂੰ ਪ੍ਰੋਡਿਊਸ ਕੀਤਾ, ਡਾਇਰੈਕਟ ਕੀਤਾ ਅਤੇ ਉੱਥੇ ਪਬਲਿਕ ਹੀ ਕੋਈ ਨਹੀਂ ਆਈ। ਅਤੇ ਜਿਸ ਵੇਲੇ ਉਹਨਾਂ ਨੇ ਇਹੋ ਜਿਹਾ ਡਰਾਮਾ ਬਣਾਇਆ ਕਿ ਜਿਹਦੇ ਵਿੱਚ ਉਹਨਾਂ ਨੇ ਆਖਿਆ ਵੀ ਮੈਂ ਜਿੱਥੋਂ ਕਹਿੰਦੀ ਉੱਥੋਂ ਕਿਉਂ ਨਹੀਂ ਛੇੜਦਾ, ਜਦੋਂ ਇਹੋ ਜਿਹੇ ਗਾਣਿਆਂ ਦੇ ਉੱਤੇ ਡਾਂਸ ਕੀਤੇ ਅਤੇ ਉੱਥੇ ਜਨਾਬ ਆਵਾਮ ਨੇ ਮਾਰੇ ਬੁਲਬੁਲੇ ਅਤੇ ਉੱਥੇ ਬੰਦੇ 'ਤੇ ਬੰਦਾ ਚੜ੍ਹ ਗਿਆ ਅਤੇ ਹਾਊਸਫੁੱਲ ਚੱਲੇ। ਉਹ ਕੰਮ ਵੱਧਦਾ ਗਿਆ, ਵਧਦਿਆਂ ਉਹ ਕੰਮ ਕੱਪੜਿਆਂ ਤੋਂ ਬਾਹਰ ਹੋ ਗਿਆ। ਔਰ ਫਿਰ ਇੱਕ ਇਹੋ ਜਿਹੀ ਸਟੇਜ ਆ ਗਈ ਕਿ ਹਰ ਗਾਣੇ ਦੇ ਵਿੱਚ ਜਿਹੜੀ ਡਾਂਸਰ ਹੈ ਉਹ ਜਦੋਂ ਤੱਕ ਆਪਣੇ ਲੀੜੇ ਨਾ ਲਾਵੇ ਉਦੋਂ ਤੱਕ ਲੋਕ ਆਉਂਦੇ ਸਨ ਵੀ ਜਿਹੜੀ ਟਿਕਟ ਅਸੀਂ ਖਰੀਦੀ ਹੈ ਉੱਥੋਂ ਪੈਸੇ ਪੂਰੇ ਨਹੀਂ ਹੋਏ। ਬਹਰਹਾਲ ਫਿਰ ਇਸ ਕੰਮ ਦੇ ਉੱਤੇ ਬੜੀ ਸਾਰੀ ਤਨਕੀਦ ਸ਼ੁਰੂ ਹੋਈ ਔਰ ਇਹ ਕੰਮ ਕਿਸੇ ਹੱਦ ਤੱਕ ਰੁਕਿਆ। ਮੀਨ ਜਿਹੜੀ ਮੁਕੰਮਲ ਰਿਆਨੀ ਸੀ ਇਹ ਕਿਸੇ ਹੱਦ ਤੱਕ ਰੁਕੀ ਔਰ ਫਿਰ ਜਿਹੜੇ ਸੀਨੀਅਰ ਅਦਾਕਾਰ ਸਨ ਡਰਾਮੇ ਦੇ ਉਹ ਵਾਪਸ ਥੀਏਟਰ 'ਚ ਗਏ ਔਰ ਉਹਨਾਂ ਨੇ ਫਿਰ ਉੱਥੇ ਕੰਮ ਕਰਨਾ ਸ਼ੁਰੂ ਕੀਤਾ। ਲੇਕਿਨ ਹੁਣ ਥੀਏਟਰ ਨੂੰ ਇੱਕ ਹੋਰ ਬੜਾ ਵੱਡਾ ਸਾਨਿਆ ਉਹਨਾਂ ਦੇ ਨਾਲ ਹੋ ਰਿਹਾ ਔਰ ਹਰ ਦੂਜੇ ਦਿਨ ਹੁੰਦਾ ਹੈ। ਉਹ ਇਹ ਹੁੰਦਾ ਹੈ ਕਿ ਬਾਜੀ ਅਜ਼ਮਾ ਬੁਖਾਰੀ ਜਿਹੜੀ ਹੈ ਉਹ ਥੀਏਟਰ ਅੱਪੜ ਜਾਂਦੀ ਹੈ। ਥੀਏਟਰ ਜਿਸ ਵੇਲੇ ਅੱਪੜਦੀ ਹੈ ਤਾਂ ਮਕਸਦ ਇਸਲਾਹ ਕਰਨਾ ਨਹੀਂ ਹੈ, ਮਕਸਦ ਇਸਲਾਹ ਕਰਨਾ ਨਹੀਂ ਹੈ। ਅਗਰ ਤਾਂ ਮਕਸਦ ਇਸਲਾਹ ਕਰਨਾ ਹੋਵੇ ਫਿਰ ਸਮਝ ਆਉਂਦੀ ਹੈ। ਬਾਜੀ ਨਾਲ ਲੈ ਕੇ ਜਾਂਦੀ ਹੈ ਕੈਮਰੇ ਅਤੇ ਜਾ ਵੜਦੀ ਹੈ ਉਹਨਾਂ ਦੇ ਪਿੱਛੇ ਬਾਥਰੂਮਾਂ ਦੇ ਵਿੱਚ, ਬੈਡਰੂਮਾਂ ਦੇ ਵਿੱਚ, ਉਹਨਾਂ ਦੇ ਜਿਹੜੇ ਉੱਥੇ ਡਰੈਸਿੰਗ ਰੂਮਸ ਨੇ, ਉਹਨਾਂ ਦੇ ਉੱਥੇ ਜਿੱਥੇ ਵੀ ਉਹ ਕੱਪੜੇ ਸ਼ੱਪੜੇ ਬਦਲਦੇ ਨੇ, ਮੇਕਅਪ ਕਰਦੇ ਨੇ, ਉੱਥੇ ਉਹਨਾਂ ਵਿਚਾਰਿਆਂ ਦੀ ਪੂਰੀ ਜਿਹੜਾ ਇੱਕ ਇਮੇਜ ਹੁੰਦਾ ਹੈ। ਜਿਹੜੀ ਵੀ ਪ੍ਰੋਡਕਸ਼ਨ ਹੁੰਦੀ ਹੈ ਨਾ, ਉਹ ਬੜੀ ਵੱਡੀ ਫਿਲਮ ਵੀ ਵੇਖੋ ਅਤੇ ਉਹ ਪ੍ਰੋਡਕਸ਼ਨ ਦੇ ਆ ਤੁਸੀਂ ਜਿਤਨੇ TV ਚੈਨਲਸ ਵੇਖਦੇ ਹੋ, ਇਹਨਾਂ ਦੇ ਸਟੂਡੀਓਜ਼ ਜਿਹੜੇ ਨੇ ਅੰਦਰੋਂ ਉਹ ਬੁਰੇ ਹਾਲ ਹੁੰਦੇ ਨੇ। ਜ਼ਾਹਿਰ ਹੈ ਇੱਕ ਇਮੇਜ ਹੁੰਦਾ ਉਹਨਾਂ ਦਾ ਔਰ ਅਗਰ ਤੁਸੀਂ ਉਹ ਸਾਰਾ ਕੁਝ ਹੀ ਪਿੱਛੋਂ ਵਿਖਾ ਦਿਓਗੇ ਵੀ ਉੱਥੇ ਕਿੱਥੇ ਬੰਦੇ ਬੈਠੇ ਨੇ ਟੁੱਟੀ ਕੁਰਸੀ 'ਤੇ ਬਹਿ ਕੇ, ਅਗਰ ਕੋਈ ਬੰਦਾ ਆਪਣਾ ਕੰਮ ਕਰ ਰਿਹਾ ਜਾਂ ਉਹ ਬੜਾ ਵੱਡਾ ਸ਼ੋਅ ਕਰ ਰਿਹਾ। ਮੈਂ ਤੁਹਾਨੂੰ ਜੈਨੂਅਨਲੀ ਦੱਸ ਰਿਹਾ ਕਿ ਬੜੇ ਸਾਰੇ ਐਸੇ ਦੋਸਤ ਨੇ ਜਿਹੜੇ ਬਹੁਤ ਵੱਡੇ ਪਾਕਿਸਤਾਨ ਦੇ ਜਿਹੜੇ 2, 3, 4 ਵੱਡੇ ਸ਼ੋਅ ਨੇ ਉਹਨਾਂ 'ਚੋਂ ਇੱਕ ਅੱਧਾ ਦੋਸਤ ਇਹੋ ਜਿਹਾ ਵੀ ਹੈ ਜਿਹੜਾ ਥੱਲੇ ਨਿੱਕਰ ਪਾਈ ਹੁੰਦੀ ਹੈ, ਉੱਤੇ ਪੈਂਟ ਕੋਟ ਟਾਈ ਹੁੰਦੀ ਹੈ ਔਰ ਸ਼ੋਅ ਹੋ ਰਿਹਾ। ਠੀਕ ਹੈ, ਕਿਉਂਕਿ ਉਹਨੇ ਕਿਹੜਾ ਥੱਲਿਓਂ ਕੈਮਰੇ 'ਚ ਆਉਣਾ ਜਿਹੜਾ ਉਹਨੂੰ ਥੱਲੇ ਵੀ ਕੋਈ ਡਰੈਸ ਪੈਂਟ ਪਾਉਣ ਦੀ ਔਰ ਥੱਲੇ ਕੋਈ ਫਾਰਮਲ ਸ਼ੂਜ਼ ਪਾਉਣ ਦੀ ਲੋੜ ਹੈ, ਕਿਉਂਕਿ ਕੰਮ ਇਹੋ ਜਿਹਾ ਸਾਰਾ ਦਿਨ ਉਹਨਾਂ ਨੇ ਕੰਮ ਕਰਨਾ ਹੁੰਦਾ। ਇਸ ਵਾਸਤੇ ਅਕਸਰ ਇਹ ਕੰਮ ਜਿਹੜਾ ਉਹ ਜਿਸ ਤਰ੍ਹਾਂ ਚੱਲ ਸਕਦਾ ਉਸ ਤਰ੍ਹਾਂ ਚਲਾਇਆ ਜਾਂਦਾ। ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਜਿਹੜੀ ਫਿਲਮ ਦੀ, ਡਰਾਮੇ ਦੀ, ਨਿਊਜ਼ ਦੀ, ਪ੍ਰੋਡਕਸ਼ਨ ਦੀ ਦੁਨੀਆ ਹੈ ਓਵਰਆਲ, ਉਹਦੇ ਵਿੱਚ ਬੜੇ ਸਾਰੇ ਓਲੇ ਲਾਂਝੇ ਹੁੰਦੇ ਨੇ ਜਿਹਦੇ ਵਿੱਚ ਕਿਉਂਕਿ ਤੁਸੀਂ ਲਗਾਤਾਰ ਕੰਮ ਕਰ ਰਹੇ ਹੁੰਦੇ ਹੋ, ਤੁਹਾਡਾ ਸਕੈਜੂਅਲ ਬੜਾ ਟਾਈਟ ਹੁੰਦਾ। ਉਹਨਾਂ ਸਕੈਜੂਅਲਸ ਦੇ ਉੱਤੇ ਤੁਸੀਂ ਪੂਰੇ ਆਉਣਾ ਹੁੰਦਾ। ਬੜੀ ਵੱਡੀ ਫਿਲਮ ਐਕਟਰਸ ਜਿਹੜੀ ਹੈ ਉਹ ਵਿਚਾਰੀ ਕਿੱਥੇ ਬਹਿ ਕੇ ਮੇਕਅਪ ਕਰਦੀ ਹੈ, ਕਿਹੋ ਜਿਹਾ ਉਹ ਸ਼ੀਸ਼ਾ ਹੁੰਦਾ ਹੈ, ਕਿਹੋ ਜਿਹੇ ਉਹ ਮਾਮਲਾਤ ਹੁੰਦੇ ਨੇ। ਉਹ ਜਦੋਂ ਤੁਸੀਂ ਉਹ ਸਾਰਾ ਕੁਝ ਹੀ ਉਹਨਾਂ ਦਾ ਓਲਾ ਆਵਾਮ ਦੇ ਸਾਹਮਣੇ ਕਰ ਦਿੰਦੇ ਹੋ, ਉਹਨਾਂ ਦਾ ਜਿਹੜਾ ਇੱਕ ਸੁਪਰਸਟਾਰ ਦਾ ਇਮੇਜ ਬਣਿਆ ਹੁੰਦਾ ਉਹ ਤਬਾਹ ਕਰ ਦਿੰਦੇ ਹੋ। ਇਹ ਹੀ ਹੁਣ ਅਜ਼ਮਾ ਬੁਖਾਰੀ ਸਾਹਿਬਾ ਕਰ ਰਹੀਆਂ ਨੇ। ਨਾਲ ਕੈਮਰਿਆਂ ਵਾਲੇ ਸ਼ਤੂੰਗੜੇ ਮੁੰਡੇ ਅਤੇ ਕੁੜੀਆਂ ਲੈਂਦੀ ਹੈ ਅਤੇ ਜਾ ਉੱਥੇ ਰੇਡ ਕਰ ਦਿੰਦੀ ਹੈ। ਉੱਥੇ ਰੇਡ ਕਰਕੇ ਅਤੇ ਵੈਸੇ ਵੀ ਇਹ ਭੈਣ ਸਾਡੀ ਜਿਹੜੀ ਹੈ ਬਹੁਤ ਹੀ ਮੈਨੂੰ ਲੱਗਦਾ ਹੈ ਕਿ ਭੈਣ ਸਾਡੀ ਜਿਹੜੀ ਹੈ ਨਾ ਉਹ ਕਿਤੇ ਦੁਨੀਆ 'ਚ ਵੀ ਕਾਹਲੀ 'ਤੇ ਹੀ ਆ ਗਈ ਸੀ। ਮੇਰਾ ਮਤਲਬ ਬੜੀ ਤੇਜ਼ ਹੈ, ਬਿਲਕੁਲ ਪੈਰ ਵੀ ਤੇਜ਼ ਪੁੱਟਦੀ ਹੈ ਅਤੇ ਕੱਦ ਵੀ ਰੱਬ ਨੇ ਜ਼ਰਾ ਉਹੋ ਜਿਹਾ ਦਿੱਤਾ, ਮਤਲਬ ਕਿ ਛੋਟਾ ਜਿੱਥੇ ਬੜਾ ਬ੍ਰਿਸਕ ਹੋ ਕੇ ਤੇਜ਼ੀ ਦੇ ਨਾਲ ਨਿਕਲ ਸਕਦੀ ਹੈ। ਮਤਲਬ ਐਨਰਜੀ ਰੱਬ ਨੇ ਬੜੀ ਦਿੱਤੀ ਹੈ ਮਾਸ਼ਾ ਅੱਲਾ। ਅਤੇ ਬਸ ਫਿਰ ਰੁਕਦੀ ਨਹੀਂ ਹੈ। ਇਹ ਨਹੀਂ ਪਤਾ ਵੀ ਕਿੱਥੇ ਰੁਕਣਾ ਹੈ। ਮਤਲਬ ਕਿਸੇ ਬੰਦੇ ਨੂੰ ਮਿਲਣ ਗਈ ਹੈ ਨਾ, ਮਤਲਬ ਕਿਸੇ ਐਕਟਰਸ ਨੂੰ, ਮੈਂ ਫੀਮੇਲ ਦੀ ਗੱਲ ਹੀ ਕਰਾਂਗਾ, ਮੇਲ ਦੀ ਤਾਂ ਨਹੀਂ ਕਰਾਂਗਾ, ਸਾਡੇ ਲਈ ਇੱਜ਼ਤ ਦੀ ਜਗ੍ਹਾ 'ਤੇ ਨੇ ਅਜ਼ਮਾ ਬੁਖਾਰੀ ਸਾਹਿਬਾ। ਕਿਸੇ ਫੀਮੇਲ ਐਕਟਰਸ ਨੂੰ ਮਿਲਣ ਗਏ ਨੂੰ ਪਤਾ ਲੱਗਾ ਉਹ ਅੰਦਰ ਬਾਥਰੂਮ 'ਚ ਦਰਵਾਜ਼ਾ ਖੋਲ੍ਹ ਕੇ ਬਾਥਰੂਮ ਜਾ ਵੜਦੀ ਹੈ ਅਤੇ ਉੱਥੇ ਬਾਥਰੂਮ 'ਚ ਖਲੋ ਕੇ ਉਹਦੇ ਨਾਲ ਗੱਲਾਂ ਕਰਨ ਡਈ ਹੁੰਦੀ ਹੈ। ਉਹ ਬੇਸ਼ੱਕ ਵਿਚਾਰੀ ਉੱਥੇ ਅੰਦਰ ਬਾਥਰੂਮ ਯੂਜ਼ ਕਰ ਰਹੀ ਹੈ। ਇਹ ਰਿਐਲਿਟੀ 'ਚ ਉੱਥੇ ਇੰਸੀਡੈਂਟ ਹੋਏ ਨੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ, ਜਿਹੜੇ ਉੱਥੋਂ ਗਰਾਊਂਡ ਤੋਂ ਸਾਫ਼ ਹੀ ਰਿਪੋਰਟ ਕਰ ਰਹੇ ਨੇ। ਜਾ ਕੇ ਉਹਨਾਂ ਦੇ ਕੱਪੜੇ, ਉਹਨਾਂ ਦੇ ਪ੍ਰਾਈਵੇਟ ਕੱਪੜੇ, ਉਹਨਾਂ ਦੇ ਜਿਹੜੇ ਸਟੇਜ 'ਤੇ ਪਾਉਣੇ ਨੇ ਉਹ ਕੱਪੜੇ, ਕਾਸਟਿਊਮਸ, ਅੰਦਰ ਬਾਹਰ ਸਭ ਕੁਝ ਚੈੱਕ ਕਰਦੀ। ਔਰ ਚਲੋ ਅਗਰ ਤੁਸੀਂ ਚੈੱਕ ਵੀ ਕੀਤਾ, ਪਹਿਲੀ ਗੱਲ ਤਾਂ ਤੁਹਾਡਾ ਕੰਮ ਨਹੀਂ ਐਜ਼ ਅ ਮਿਨਿਸਟਰ, ਤੁਹਾਡਾ ਕੰਮ ਪੋਲਿਸੀ ਮੇਕਿੰਗ ਹੈ। ਤੁਹਾਡਾ ਕੰਮ ਜਾ ਕੇ ਜਦੋਂ ਤੁਸੀਂ, ਮੁਸੀਬਤ ਇਹ ਹੈ ਕਿ ਜਦੋਂ ਤੁਸੀਂ ਥੱਲੇ ਵਾਲੇ ਬੰਦਿਆਂ ਨੂੰ ਬਹੁਤ ਜਲਦੀ ਗਰੂਮ ਕਰਨ ਤੋਂ ਬਗੈਰ ਉੱਤੇ ਲੈ ਜਾਂਦੇ ਹੋ ਅਤੇ ਉਹਨਾਂ ਦਾ ਉਹ ਸ਼ੌਕ ਜਿਹੜਾ ਉਹ ਥੱਲੇ ਵਾਲਾ ਉਹਨਾਂ ਦਾ ਉਹ ਸ਼ੌਕ ਜਾਂਦਾ ਨਹੀਂ।
ਮੈਂ ਇੱਥੇ ਤੁਹਾਨੂੰ ਇੱਕ ਲਤੀਫਾ ਸੁਣਾ ਦਿੰਦਾ ਤੁਰੇ ਤੁਰੇ ਜਾਂਦੇ ਹਾਂ। ਇੱਕ ਬਾਦਸ਼ਾਹ ਸਲਾਮਤ ਨੂੰ ਇੱਕ ਖਾਤੂਨ ਜਿਹੜੀ ਜਿਪਸੀ ਹੁੰਦੀ ਹੈ, ਜਿਹੜੀ ਟੱਪਰੀਵਾਸ ਹੁੰਦੀ ਹੈ ਜਿਹਨੂੰ ਅਸੀਂ ਪੰਜਾਬੀ 'ਚ ਆਖਦੇ ਹਾਂ, ਉਹਦੇ 'ਤੇ ਦਿਲ ਆ ਜਾਂਦਾ ਅਤੇ ਉਹਦੇ ਨਾਲ ਵਿਆਹ ਕਰ ਲੈਂਦਾ। ਵਿਆਹ ਕਰਕੇ ਉਹਨੂੰ ਮਹਿਲ ਦੇ ਵਿੱਚ ਲੈ ਜਾਂਦਾ ਹੈ। ਮਹਿਲ ਦੇ ਵਿੱਚ ਜ਼ਾਹਿਰ ਹੈ ਉਹਨੂੰ ਰਾਣੀ ਬਣਾ ਦਿੰਦਾ ਹੈ। ਥੋੜ੍ਹੇ ਦਿਨਾਂ ਤੋਂ ਬਾਅਦ ਉਹ ਰੋਟੀ ਖਾਣਾ ਛੱਡ ਦਿੰਦੀ ਹੈ, ਬਿਮਾਰ ਰਹਿਣਾ ਸ਼ੁਰੂ ਹੋ ਜਾਂਦੀ ਹੈ, ਵਜ਼ਨ ਜਿਹੜਾ ਉਹ ਘੱਟ ਜਾਂਦਾ ਹੈ, ਵਿਚਾਰੀ ਇੰਝ ਹੋ ਜਾਂਦੀ ਜਿਵੇਂ ਚੂਸਿਆ ਹੋਇਆ ਅੰਬ ਹੁੰਦਾ ਹੈ, ਉਹਦਾ ਹਾਲ ਬੁਰਾ ਹੋ ਜਾਂਦਾ ਹੈ। ਅਤੇ ਬਾਦਸ਼ਾਹ ਸਲਾਮਤ ਜਿਹੜੇ ਨੇ ਉਹ ਕਦੀ ਇੱਕ ਬੁਲਾਉਂਦੇ ਨੇ ਆਪਣਾ ਕਿਸੇ ਹਕੀਮ ਨੂੰ, ਕਦੀ ਦੂਜੇ ਨੂੰ, ਕਦੀ ਤੀਜੇ ਨੂੰ, ਲੇਕਿਨ ਗੱਲ ਕਿਸੇ ਪਾਸੇ ਲੱਗਦੀ ਨਹੀਂ। ਆਖਿਰ ਇੱਕ ਸਿਆਣਾ ਆਉਂਦਾ, ਉਹ ਆਉਂਦਾ ਜੀ ਬਾਦਸ਼ਾਹ ਸਲਾਮਤ ਇੰਜ ਕਰੋ ਕਿ ਬਾਹਰ ਜਿਹੜਾ ਤੁਹਾਡਾ ਬੜਾ ਵੱਡਾ ਹੈ ਮਹਿਲ ਦੇ ਸਾਹਮਣੇ ਜਿਹੜੇ ਖੇਤ ਨੇ ਖੁੱਲ੍ਹੇ, ਇੱਥੇ ਬੜਾ ਵੱਡਾ ਲੰਮਾ ਚੌੜਾ ਮੀਨਾ ਬਾਜ਼ਾਰ ਲਵਾ ਦਿਓ ਅਤੇ ਸ਼ਹਿਰ ਦੇ ਲੋਕਾਂ ਨੂੰ ਵੀ ਆਖੋ ਵੀ ਉਹ ਆਇਆ ਕਰਨ, ਸਟਾਲ ਸਟੂਲ ਇੱਥੇ ਲਾ ਦੇਣ ਲੋਕੀ, ਅਤੇ ਸ਼ਾਮੀ ਇੱਥੇ ਮੇਲਾ ਵੀ ਲੱਗੇ, ਪੰਗੂੜੇ ਸ਼ੰਗੂੜੇ ਵੀ ਲਵਾ ਦਿਓ ਅਤੇ ਨਾਲ ਮੀਨਾ ਬਾਜ਼ਾਰ, ਮਤਲਬ ਕਿ ਫੂਡ ਦੇ ਸਟਾਲ ਹੋਣ। ਉਹਨਾਂ ਲਵਾ ਦਿੱਤੇ। ਬਾਦਸ਼ਾਹ ਸਲਾਮਤ ਨੇ ਹੁਕਮ ਕੀਤਾ, ਅਗਲੇ ਦਿਨ ਉੱਥੇ ਮੇਲਾ ਲੱਗ ਗਿਆ। ਉਹਨਾਂ ਆਖਿਆ ਵੀ ਜੀ ਹੁਣ ਮਲਕਾ ਜਾਏ ਅਤੇ ਜਿੱਥੋਂ ਜੋ ਦਿਲ ਕਰਦਾ ਚੁੱਕ ਚੁੱਕ ਕੇ ਖਾਏ। ਮਲਕਾ ਗਈ, ਉਹਨੇ ਵੀ ਚੱਕਰ ਲਾਇਆ, ਕਿਤੇ ਉਹਨੇ ਕਚੋਰੀ ਚੁੱਕੀ, ਕਿਤੇ ਉਹਨੇ ਪਕੌੜਾ ਚੁੱਕਿਆ, ਕਿਤੇ ਉਹਨੇ ਸਮੋਸਾ ਚੁੱਕਿਆ, ਕਿਤੇ ਜਲੇਬੀ ਚੁੱਕੀ, ਜੋ ਉਹਦਾ ਦਿਲ ਸੀ ਉਹ ਖਾਧਾ। ਮੇਲਾ 10-12 ਦਿਨ ਚੱਲਣਾ ਸੀ। ਮਲਕਾ ਤਾਂ ਤੀਸਰੇ ਚੌਥੇ ਦਿਨ ਬਿਲਕੁਲ ਫਿੱਟ ਹੋ ਗਈ। ਮਲਕਾ ਰੋਜ਼ ਜਾਇਆ ਕਰੇ, 2 ਟਾਈਮ ਖਾ ਕੇ ਆ ਜਾਇਆ ਕਰੇ। ਬਾਦਸ਼ਾਹ ਨੇ ਸਿਆਣੇ ਨੂੰ ਪੁੱਛਿਆ ਵੀ ਬਈ ਇਹ ਕੀ ਹੋਇਆ? ਉਹਨਾਂ ਕਿਹਾ ਬਾਦਸ਼ਾਹ ਸਲਾਮਤ, ਇਹਨੂੰ ਵਿਚਾਰੀ ਨੂੰ ਫਿਰ ਮੰਗ ਕੇ ਇਕੱਠਾ ਕਰਕੇ ਰੋਟੀ ਖਾਣ ਦੀ ਆਦਤ ਸੀ। ਤੁਸੀਂ ਇੰਨਾ ਸਾਰਾ ਖਾਣਾ ਟੇਬਲ 'ਤੇ ਰੱਖ ਦਿੰਦੇ ਹੋ, ਇਹਨੂੰ ਹੁਣ ਪਤਾ ਹੀ ਨਹੀਂ, ਪਚਾ ਹੀ ਨਹੀਂ ਪਾਉਂਦੀ। ਇਹ ਸਾਡੀ ਭੈਣਾਂ ਜਿਹੜੀਆਂ ਨੇ, ਜਿਹੜੀਆਂ 4-5 ਜ਼ਨਾਨੀਆਂ ਜਿਹੜੀਆਂ ਪੰਜਾਬ ਦੇ ਉੱਤੇ ਵਾਰਦ ਕਰ ਦਿੱਤੀਆਂ ਨੇ, ਇਹਨਾਂ ਦੇ ਵਿੱਚੋਂ ਅੰਦਰੋਂ ਇਹਨਾਂ ਦਾ ਥਾਣੇਦਾਰ ਤੋਂ ਉੱਤੇ ਇਹਨਾਂ ਦਾ ਦਿਮਾਗ ਹੀ ਨਹੀਂ ਜਾਂਦਾ। ਉਹਨਾਂ ਨੂੰ ਪਤਾ ਹੀ ਨਹੀਂ ਕਿ ਰੱਬ ਨੇ ਉਹਨਾਂ ਨੂੰ ਮਿਨਿਸਟਰ ਬਣਾ ਦਿੱਤਾ ਹੈ। ਮਤਲਬ ਕਿ ਚਲੋ ਜਿਵੇਂ ਵੀ ਫਾਰਮ 47 ਤੇ ਹੀ ਝੱਲੀਓ ਬਣੀਓ, ਪਰ ਮਿਨਿਸਟਰ ਤਰ੍ਹਾਂ ਐਕਟ ਤੇ ਕਰੋ। ਉਹ ਛਾਪੇ ਮਾਰਨ ਤੇ ਰਹਿੰਦੀਆਂ ਨੇ। ਸ਼ੁਕਰ ਕੋ ਇਹ ਮੈਨੂੰ ਤਾਂ ਲੱਗਦਾ ਘਰ ਵੀ ਛਾਪੇ ਮਾਰਦੀਆਂ ਹੋਣਗੀਆਂ, ਮਤਲਬ ਇਹ ਵਿਹਲੇ ਵੇਲੇ ਵੀ ਛਾਪੇ ਮਾਰਦੀਆਂ ਹੋਣਗੀਆਂ, ਹੋਰ ਨਹੀਂ ਤਾਂ ਆਪਣੇ ਨਿਆਣਿਆਂ 'ਤੇ ਛਾਪੇ ਮਾਰਦੀਆਂ ਹੋਣਗੀਆਂ, ਬੰਦੇ 'ਤੇ, ਸੱਸ 'ਤੇ, ਨੌਂ 'ਤੇ, ਭੈਣ 'ਤੇ, ਮਤਲਬ ਇਹਨਾਂ ਨੂੰ ਛਾਪੇ ਮਾਰਨ ਦਾ। ਉਹਨੇ ਆਖਿਆ ਨਾ ਮਾਂ ਨੇ ਪੁੱਛਿਆ ਵੀ ਪੁੱਤਰ ਜੇ ਥਾਣੇਦਾਰ ਬਣਿਆ ਤਾਂ ਸਭ ਤੋਂ ਪਹਿਲਾਂ ਕੀ ਕਰੇਗਾ? ਉਹਨੇ ਕਿਹਾ ਤੈਨੂੰ ਫੜਾਂਗਾ। ਅਤੇ ਇਹਨਾਂ ਦਾ ਹਾਲਤ ਇਹ ਹੈ ਕਿ ਇਹਨਾਂ ਨੂੰ ਮੇਰਾ ਖਿਆਲ ਯਕੀਨ ਹੀ ਨਹੀਂ ਕਿ ਵਜ਼ੀਰ ਬਣ ਗਈਆਂ ਨੇ। ਦੱਸੋ, ਉਹ ਜਿਹੜੇ ਫਨਕਾਰ ਨੇ, ਤੁਸੀਂ ਉਹਨਾਂ ਦੀ ਪਾਲਿਸੀ ਬਣਾ ਦਿਓ, ਉੱਥੇ ਬੰਦਾ ਬਹਾ ਦਿਓ ਸਾਹਮਣੇ। ਕਿੰਨੇ ਥੀਏਟਰ ਨੇ ਪੰਜਾਬ ਦੇ ਵਿੱਚ? ਮੈਨੂੰ ਪਹਿਲਾਂ ਇਹ ਗੱਲ ਦੱਸੋ। ਇਹ ਜਿਹੜਾ ਨਾਲ ਇੱਜੜ ਲੈ ਕੇ ਜਾਂਦੇ ਹੋ, ਇਹਨਾਂ ਦੀ ਡਿਊਟੀ ਲਾ ਦਿਓ ਉੱਥੇ। ਇੱਕ ਬੰਦਾ ਰੋਜ਼ ਬਹਿ ਜਾਏ, ਇੱਕ ਬੰਦਾ ਉਹਨਾਂ ਡਰਾਮਿਆਂ ਨੂੰ ਮੋਨੀਟਰ ਕਰੇ ਰੋਜ਼। ਉਹ ਜਾਂ ਤੁਸੀਂ ਇਸ ਤਰ੍ਹਾਂ ਦਾ ਕੰਮ ਕਰ ਲਓ ਕਿ 2-3 ਬੰਦੇ ਰੱਖੋ ਜਿਹੜੇ ਬਦਲ ਕੇ ਉੱਥੇ ਜਾਇਆ ਕਰਨ ਔਰ ਉੱਥੇ ਬਹਿ ਕੇ ਉੱਥੇ ਆਪਣੇ ਨੋਟਸ ਬਣਾਉਣ ਕਿ ਜੀ ਅੱਜ ਡਰਾਮੇ ਦੇ ਵਿੱਚ ਕੋਈ ਫਾਸ਼ੀ ਤਾਂ ਨਹੀਂ ਹੋਈ। ਜਾਂ ਅੱਜ ਕੱਲ੍ਹ CCTV ਕੈਮਰੇ ਨੇ, ਲਾ ਦਿਓ ਉੱਥੇ, ਹਰ ਗਵਰਨਮੈਂਟ ਦਾ ਕੈਮਰਾ ਉੱਥੇ ਲਾ ਦਿਓ ਔਰ ਉਹ ਤੁਹਾਡੇ ਬੰਦੇ ਜਿਹੜੇ ਪਿੱਛੇ ਤੁਹਾਡਾ ਜਿਹੜਾ ਦਫ਼ਤਰ ਹੈ ਉੱਥੇ ਬਹਿ ਕੇ ਵੇਖਣ ਕਿ ਅੱਜ ਡਰਾਮੇ ਦੇ ਵਿੱਚ ਕੋਈ ਫਾਸ਼ੀ ਤਾਂ ਨਹੀਂ ਹੋਈ। ਉਹ ਲਾਈਵ ਤੁਹਾਡੇ ਕੋਲ ਉਹਦੀ ਸਟਰੀਮ ਜਾਵੇ ਔਰ ਉੱਥੇ ਡਾਂਸ ਚੰਗਾ ਹੋ ਰਿਹਾ, ਮਾੜਾ ਹੋ ਰਿਹਾ। ਦੇਖੋ ਵਜ਼ੀਰ ਦਾ ਕੀ ਕੰਮ ਹੈ ਇਹੋ ਜਿਹੀਆਂ ਚਵਲਾਂ ਮਾਰਨ ਦਾ? ਜਾ ਕੇ ਇਹ ਜਾ ਵੜਦੀ ਹੈ, ਉਹਨਾਂ ਦੀਆਂ ਚੁੰਨੀਆਂ, ਉਹਨਾਂ ਦੀਆਂ ਚੋਲੀਆਂ, ਉਹਨਾਂ ਦੇ ਕੱਪੜੇ, ਉਹਨਾਂ ਦੀਆਂ ਸ਼ਲਵਾਰਾਂ, ਹਰ ਕੁਛ ਹੀ ਖੋਲੀ ਖਾਲੀ ਫਿਰਦੀ ਹੈ ਵਿਚਾਰੀਆਂ ਦੀ। ਉਹ ਡਰੀਆਂ ਵਿਚਾਰੀਆਂ ਜਿਹੜੀਆਂ ਡਾਂਸਰ ਨੇ। ਉਹ ਮੈਨੂੰ ਦੱਸੋ, ਅਜ਼ਮਾ ਬੁਖਾਰੀ ਸਾਹਿਬਾ ਅਤੇ ਉਹ ਵੀ ਸਾਡੀਆਂ ਬੱਚੀਆਂ ਨੇ, ਤੁਸੀਂ ਵੀ ਸਾਡੀ ਭੈਣ ਹੋ, ਮੈਨੂੰ ਦੱਸੋ ਵੀ ਇਹ ਜਿਸ ਤਰ੍ਹਾਂ ਜਨਾਬ ਦਾ ਦਾ ਲੱਗ ਗਿਆ ਅਤੇ ਜਨਾਬ ਦੀ ਕਿਹੜਾ ਕੋਈ ਬੜੀ ਵੱਡੀ ਲੰਮੀ ਚੌੜੀ ਕੁਆਲੀਫਿਕੇਸ਼ਨ ਹੈ, ਉਹ ਵੀ ਕਿਸੇ ਦੀਆਂ ਬੱਚੀਆਂ ਹੀ ਨੇ। ਉਹ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਤੋਂ ਇਹ ਕੰਮ ਕਰ ਰਹੀਆਂ ਨੇ। ਜਨਾਬ ਵੀ ਗੰਦਾ ਹੀ ਕੰਮ ਕਰ ਰਹੇ ਨੇ, ਮਤਲਬ ਨਵਾਜ਼ ਸ਼ਰੀਫ ਅਤੇ ਮਰੀਮ ਨਵਾਜ਼ ਨੂੰ ਜਿਹੜਾ ਉਹ ਡਿਫੈਂਡ ਕਰ ਰਹੇ ਨੇ, ਉਹ ਆਪਣਾ ਕੰਮ ਕਰ ਰਹੇ ਨੇ, ਤੁਸੀਂ ਆਪਣਾ ਕੰਮ ਕਰ ਰਹੇ ਹੋ। ਇਹ ਤੁਸੀਂ ਕਿੱਧਰ ਦੇ ਮੈਜਿਸਟਰੇਟ, ਥਾਣੇਦਾਰ, ASI ਬਣੇ ਹੋ ਕਿ ਹਰ ਰੋਜ਼ ਛਾਪੇ ਮਾਰਦੇ ਹੋ ਅਤੇ ਜਾ ਕੇ ਉਹਨਾਂ ਦੇ ਕੱਪੜਿਆਂ ਲੀੜਿਆਂ 'ਚ ਵੜੇ ਹੋ। ਅਤੇ ਇਹ ਕੀ ਉਹਨਾਂ ਦੇ ਮੇਕਅਪ ਤੱਕ ਨੂੰ ਚੈੱਕ ਕਰਦੀ ਹੈ, ਉਹਨਾਂ ਦੇ ਕੱਪੜੇ ਚੈੱਕ ਕਰਦੀ ਹੈ, ਇਸ ਤਰ੍ਹਾਂ ਗਿਰੇਬਾਨ ਨੂੰ ਫੜ ਕੇ ਅੰਦਰ ਵੇਖਦੀ ਹੈ ਵੀ ਅੰਦਰ ਤੁਸੀਂ ਕੀ ਪਾਇਆ ਹੋਇਆ। ਉਹ ਖੁਦਾ ਦਾ ਨਾਂ ਲੈ ਬੀਬੀ, ਅਤੇ ਇਹਦਾ ਕੋਈ ਇਲਾਜ ਕਰਾਓ, ਇਹਨੂੰ ਕੋਈ ਹੌਲੀ ਕਰੋ। ਉਹ ਕਈ ਵਾਰੀ ਮੋਟਰਸਾਈਕਲ ਪਿੰਡਾਂ 'ਚ ਚਲਾਈਦਾ ਸੀ ਅਤੇ ਉਹਦੀ ਰੇਸ ਵੱਜ ਜਾਂਦੀ ਸੀ ਥੱਲਿਓਂ। ਉਹ ਫਿਰ ਜਿਸ ਵੇਲੇ ਉਹਦੇ 'ਚੋਂ ਉਹਨੂੰ ਗੇਅਰ 'ਚੋਂ ਕੱਢ ਵੀ ਦੇਈਦਾ ਸੀ ਨਾ, ਅਤੇ ਉਹ ਰੇਸ ਉਹਦੀ ਤੇਜ਼ ਹੀ ਰਹਿੰਦੀ ਸੀ, ਅਤੇ ਉਹ ਫਿਰ ਉਹ ਪੇਚਕਸ ਨਾਲ ਉਹਦੀ ਰੇਸ ਥੋੜ੍ਹੀ ਜਿਹੀ ਪੇਚ ਨਾਲ ਘਟਾਈ ਦੀ ਸੀ। ਇਹ ਮੈਂ ਸਮੀ ਸਾਹਿਬ ਜਿਹੜੇ ਇਹਨਾਂ ਦੇ ਸ਼ੌਹਰ ਨੇ ਉਹਨਾਂ ਕੋਲੋਂ ਗੁਜ਼ਾਰਿਸ਼ ਕਰਾਂਗਾ, ਕਿਉਂਕਿ ਮਰੀਮ ਨਵਾਜ਼ ਨੂੰ ਤਾਂ ਖਿਆਲ ਆਉਣਾ ਨਹੀਂ ਕਿ ਭੈਣ ਸਾਡੀ ਦੀ ਰੇਸ ਘਟਾਓ ਥੋੜ੍ਹੀ ਜਿਹੀ। ਇਹਦੀ ਰੇਸ ਬਹੁਤ ਬਾਹਲੀ ਤੱਤੀ ਹੈ, ਬਹੁਤ ਤੇਜ਼ ਹੈ। ਜਾਂ ਇਹਨੂੰ ਕਿਸੇ ਹੋਰ ਕੰਮ ਲਾਓ, ਇਹਨੂੰ ਕੋਈ ਕੰਮ ਲਾਓ। ਮੇਰਾ ਮਤਲਬ ਜੇ ਬੱਚੇ ਵੱਡੇ ਨੇ ਉਹਨਾਂ ਦੀਆਂ ਗਾਂ ਸ਼ਾਦੀਆਂ ਕਰੋ, ਇਹ ਨਾਨੀ ਬਣੇ, ਦਾਦੀ ਬਣੇ, ਕੋਈ ਉਹਨਾਂ ਦੇ ਨਿਆਣੇ ਖਿਲਾਏ, ਜਾਂ ਕੋਈ ਕੰਮ, ਇਹਨੂੰ ਮਿਨਿਸਟਰੀ ਇੱਕ ਹੋਰ ਲੈ ਦਿਓ, ਕੋਈ ਕਿਸੇ ਕਲਾਸ ਦੇ ਵਿੱਚ ਦਾਖਲਾ ਲੈ ਦਿਓ, ਕੋਈ ਕੁਕਿੰਗ ਦਾ ਕੰਮ ਸ਼ੁਰੂ ਕਰਾ ਦਿਓ। ਕਿਉਂਕਿ ਇੱਥੇ ਤਾਂ ਬੜਾ ਰੌਲਾ ਹੈ ਬਾਜੀ ਨੂੰ। ਮੈਨੂੰ ਕੋਈ ਰੌਲਾ ਨਹੀਂ, ਭੈਣ ਮੇਰੀ ਹੈ, ਜੋ ਮਰਜ਼ੀ ਪਾ, ਤੇਰੀ ਮਰਜ਼ੀ ਹੈ ਸਾਡੇ ਲਈ। ਲੇਕਿਨ ਜਦੋਂ ਆਪ ਯੂਰਪ ਜਾਂਦੇ ਨੇ ਉਦੋਂ ਉੱਥੇ ਜਿਹੜਾ ਲਿਬਾਸ ਤੁਹਾਡਾ ਦਿਲ ਕਰਦਾ ਉਹ ਪਾਉਂਦੇ ਹੋ। ਉਹਨਾਂ ਦੇ ਉੱਤੇ ਬੜੀ ਸਖਤੀ ਕੀਤੀ ਵੀ ਆਹ ਨਹੀਂ ਪਾਉਣਾ ਅਤੇ ਆਹ ਪਾਉਣਾ ਅਤੇ ਆਹ ਪਾਉਣਾ। ਮੈਂ ਇਹ ਗੱਲ ਮੰਨਣਾ ਹੈ ਕਿ ਫਾਸ਼ੀ ਨੂੰ ਡੱਕਣਾ ਚਾਹੀਦਾ, ਉਹਦੇ ਤਰੀਕੇ ਨੇ। ਮੈਂ ਦੱਸਿਆ ਤੁਹਾਨੂੰ ਕਿ ਉਹਦੀ ਕੋਈ ਕਮੇਟੀ ਬਣਾਓ ਫਨਕਾਰਾਂ ਦੀ, ਫਿਰ ਉਹਦੇ ਤੇ ਉੱਥੇ CCTV ਕੈਮਰਾ ਲਾ ਦਿਓ, ਜੁਰਮਾਨੇ ਕਰੋ। ਇਹ ਕਿਹੜਾ ਕੰਮ ਹੈ ਉਹਨਾਂ ਦੀਆਂ ਸੁੱਥਰਾਂ 'ਚ ਵੜਨ ਡਏ ਹੋ ਜਾ ਕੇ ਦੂਜੇ ਦਿਨ। ਅੱਗੋਂ ਕਿਸੇ ਦਿਨ ਕੋਈ ਤੱਤੀ ਹੋਈ ਅਤੇ ਉਹਨੇ ਮਾਰ ਦਿੱਤੀ ਚਪੇੜ ਰੱਖ ਕੇ, ਅਤੇ ਫਿਰ ਕੀ ਕਰੇਂਗੀ?
ਮੇਰਾ ਮਤਲਬ ਹੈ ਉਹ ਗਲਤ ਹੀ ਹੋਏਗਾ ਜਿਹੜਾ ਵੀ ਮਾਰੇਗਾ ਤੈਨੂੰ। ਲੇਕਿਨ ਅਗਰ ਜਿਸ ਤਰ੍ਹਾਂ ਖਵਾਤੀਨ ਦੇ ਤੁਸੀਂ ਕੱਪੜੇ ਔਰ ਉਹਨਾਂ ਦੇ ਪ੍ਰਾਈਵੇਟ ਕੱਪੜੇ ਪਾਰਚਾਜਾਤ ਸਭ ਕੁਝ ਚੈੱਕ ਕਰਦੀ, ਕਿਸ ਦਿਨ ਕਿਸੇ ਨੇ ਗੁੱਸੇ 'ਚ ਆ ਕੇ ਕੋਈ ਕੱਢ ਮਾਰੀ ਤੇ ਫਿਰ ਉਹਨੂੰ ਜੇਲੇ ਕਰਾਏਂਗੀ, ਉਹਦੇ ਨਾਲ ਜ਼ੁਲਮ ਕਰੇਂਗੀ। ਤੇ ਆਪਣੀ ਹੱਦ ਦੇ ਵਿੱਚ ਰਹੀਦਾ ਹੈ। ਇਹ ਪਤਾ ਨਹੀਂ ਇਹਨਾਂ ਨੂੰ ਕੀ ਸ਼ੌਕ ਹੈ ਹਰ ਥਾਂ ਦੇ ਉੱਤੇ ASI ਬਣਨ ਦਾ। ਅਤੇ ਇਹ ਮੈਂ ਪਿਛਲੇ ਕਈ ਦਿਨਾਂ ਤੋਂ ਇਹ ਵੇਖ ਰਿਹਾ, ਸਮਝ ਮੈਨੂੰ ਨਹੀਂ ਆਉਂਦੀ ਕਿ ਇਹਦੇ 'ਚੋਂ ਕੱਢਣਾ। ਹਾਲਾਂਕਿ ਆਪ ਜਿਹੜੀ ਸਾਡੀ ਬਾਜੀ ਮਰੀਅਮ ਉਹ ਸਟੇਜ ਐਕਟਰਸ ਜਿਹੜੀਆਂ ਨੇ ਉਹ ਵਿਚਾਰੀਆਂ ਨੇ ਕੀ ਐਕਟਿੰਗ ਕਰ ਲੈਣੀ ਜਿਹੜੀ ਸਾਡੀ ਬਾਜੀ ਮਰੀਅਮ ਐਕਟਿੰਗ ਕਰਨ ਲੱਗੀ ਅਤੇ ਆਪਣੀ ਐਕਟਿੰਗ ਇਹਨਾਂ ਨੂੰ ਨਜ਼ਰ ਨਹੀਂ ਆਉਂਦੀ। ਅਤੇ ਉਹ ਵਿਚਾਰੀਆਂ ਕਿਉਂਕਿ ਕਿਸੇ ਮਾੜੇ ਦੀ ਧੀ ਨੇ ਔਰ ਜ਼ਾਹਿਰ ਹੈ ਉਹਨਾਂ ਦੇ ਕੋਲ ਹੋਰ ਕੋਈ ਤਰੀਕਾ ਨਹੀਂ ਸੀ, ਵਰਨਾ ਕੌਣ ਕਿਸੇ ਦੇ ਸਾਹਮਣੇ ਪੈਸੇ ਫੜ ਕੇ ਨੱਚਦਾ ਹੈ। ਅਤੇ ਕਿਹਦਾ ਦਿਲ ਕਰਦਾ ਹੈ, ਆਪਣੇ ਆਪ ਨੂੰ ਪੁੱਛੋ ਨਾ, ਕਿਹਦਾ ਦਿਲ ਕਰਦਾ। ਅਤੇ ਲੇਕਿਨ ਚਲੋ ਇਹਨਾਂ ਨੂੰ ਹੋ ਸਕਦਾ ਕੋਈ ਖਿਆਲ ਆਵੇ, ਲੇਕਿਨ ਮੈਨੂੰ ਲੱਗਦਾ ਵੀ ਖਿਆਲ ਆਉਣਾ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਕੁਇਕਲੀ ਹੈ। ਮੋਹਸਨ ਦਾਵੜ ਸਾਹਿਬ ਇਹ ਉਹੀ ਨੇ ਜਿਹੜੇ ਇੱਕ ਪਾਸੇ ਬੜੇ ਇਨਕਲਾਬੀ ਬਣਦੇ ਨੇ, ਇੱਕ ਪਾਸੇ ਆਉਂਦੇ ਨੇ ਡਰੋਨ ਹਮਲੇ ਨਹੀਂ ਹੋਣੇ ਚਾਹੀਦੇ, ਦੂਜੇ ਪਾਸੇ ਆਉਂਦੇ ਨੇ ਹੋਣੇ ਚਾਹੀਦੇ ਨੇ। ਗੈਰ ਮੁਲਕੀ ਮੀਡੀਆ ਨਾਲ ਗੱਲ ਕਰਦੇ ਨੇ ਅਤੇ ਆਉਂਦੇ ਨੇ ਡਰੋਨ ਹਮਲੇ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ, ਦਹਿਸ਼ਤਗਰਦਾਂ ਦੇ ਉੱਤੇ ਹੋ ਰਹੇ ਨੇ। ਅੰਗਰੇਜ਼ੀ ਜਦੋਂ ਇੰਟਰਵਿਊ ਦਿੰਦੇ ਨੇ ਜਾ ਕੇ ਉੱਥੇ ਪਖਤੂਨਾਂ ਨੂੰ ਕਹਿੰਦੇ ਨੇ ਤੁਹਾਡੀ ਕਤਲੋਗਾਰਤ ਹੋ ਰਹੀ ਹੈ, ਡਰੋਨ ਹਮਲੇ ਨਹੀਂ ਹੋਣੇ ਚਾਹੀਦੇ। ਇਹ ਪ੍ਰੈਸ ਕਾਨਫਰੰਸ ਕਰ ਰਹੇ ਸਨ, ਪਖਤੂਨਾਂ ਨੂੰ ਗੁੱਸਾ ਬੜਾ ਸੀ ਇਹ ਡਰੋਨ ਹਮਲੇ ਹੋਣੇ ਤੇ ਨਹੀਂ ਹੋਣ, ਇਹਨਾਂ ਦੀ ਜਿਹੜੀ ਦੋਗਲੀ ਪੋਲਿਸੀ ਸੀ। ਉਹਨਾਂ ਫਿਰ ਉੱਥੇ ਜ਼ਰਾ ਧੱਕਮ ਪੇਲ ਕੀਤੀ ਹੈ ਜਾ ਕੇ, ਉਸ ਇਲਾਕੇ ਦੇ ਲੋਕਲ ਲੋਕਾਂ ਨੇ ਪ੍ਰੈਸ ਕਾਨਫਰੰਸ ਕਰ ਰਹੇ ਸਨ, ਉੱਥੋਂ ਧੱਕੇ ਮਾਰ ਬਾਹਰ ਕੱਢਿਆ। ਫਿਰ ਕਿਸੇ ਸਹਾਫੀ ਨੇ ਪੁੱਛਿਆ ਵੀ ਤੁਸੀਂ ਤਾਂ ਇਮਰਾਨ ਖਾਨ ਦੀ ਹਕੂਮਤ ਸੁੱਟੀ ਸੀ, ਕਿਉਂ ਸੁੱਟੀ ਸੀ? ਅਤੇ ਉਦੋਂ ਜਵਾਬ ਕੋਈ ਨਹੀਂ ਸੀ। ਅੱਗੋਂ ਉਸ ਵੇਲੇ ਸਾਨੂੰ ਪਤਾ ਨਹੀਂ ਸੀ ਇਹ ਸਾਰਾ ਕੁਝ ਹੋਏਗਾ, ਅਤੇ ਹੁਣ ਹੋਰ ਚੁੱਪੋ, ਹੁਣ ਪਤਾ ਲੱਗ ਗਿਆ ਨਾ ਕੀ ਕੁਛ ਹੋਏਗਾ। ਹਜੇ ਗਾਂ ਵੀ ਤੁਹਾਡੇ ਨਾਲ ਬੜਾ ਕੁਛ ਇਹਨਾਂ ਨੇ ਕਰਨਾ ਹੈ, ਹੁਣ ਬਰਦਾਸ਼ਤ ਕਰੋ ਜਾਂ ਪਾਸ ਕਰੋ। ਲੇਕਿਨ ਬਹਰਹਾਲ ਚੰਗੇ ਧੱਕੇ ਪਏ ਨੇ, ਚੰਗਾ ਉੱਥੇ ਲੋਕਾਂ ਨੇ ਐਕਸਪੋਜ਼ ਕੀਤਾ ਕਿ ਇੰਟਰਨੈਸ਼ਨਲ ਮੀਡੀਆ ਦੇ ਸਾਹਮਣੇ ਕੁਝ ਹੋਰ ਕਹਿੰਦੇ ਹੋ, ਇੱਥੇ ਕੁਝ ਹੋਰ ਕਹਿੰਦੇ ਹੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਹੈਕਰ ਨੇ ਪਾਕਿਸਤਾਨ ਪੈਟਰੋਲੀਅਮ ਲਿਮਿਟਡ ਦੀ ਵੈਬਸਾਈਟ ਜਿਹੜੀ ਉਹਨਾਂ ਦਾ ਪੂਰਾ ਫਾਈਨੈਂਸ਼ੀਅਲ ਡਾਟਾ ਜਿਹੜਾ ਉਹਨੂੰ ਹੈਕ ਕਰ ਲਿਆ। ਅਤੇ ਹੁਣ ਮਾਸ਼ਾਅੱਲਾ ਸਾਡੀ ਐਕਸਪਰਟੀਜ਼ ਇੰਨੀ ਹੈ, ਵੈਸੇ ਤਾਂ ਅਸੀਂ ਨੰਬਰ 1 ਹੈ, ਲੇਕਿਨ ਸਾਡੀ ਐਕਸਪਰਟੀਜ਼ ਇੰਨੀ ਕਿ ਅਸੀਂ ਹੈਕਰਾਂ ਦੇ ਨਾਲ ਨੈਗੋਸੀਏਸ਼ਨ ਕਰਨ ਡਏ ਹਾਂ ਇਸ ਵੇਲੇ ਕਿ ਭਾਈ ਪੈਸੇ ਲੈ ਲਓ ਅਤੇ ਸਾਡੀ ਵੈਬਸਾਈਟ ਸਾਡਾ ਪੂਰਾ ਸਿਸਟਮ ਵਾਪਸ ਦੇ ਦਿਓ। ਇਹ ਹਾਲਤ ਹੋਈ ਹੈ ਪਾਕਿਸਤਾਨ ਪੈਟਰੋਲੀਅਮ ਲਿਮਿਟਡ ਦੀ। ਅਤੇ ਇੰਨੀ ਇੱਕ ਸਾਈਬਰ ਸਿਕਿਉਰਿਟੀ ਹੈ ਔਰ ਇੰਨਾ, ਲੇਕਿਨ ਅਸੀਂ ਹੈ ਨੰਬਰ 1। ਹਾਫਿਜ਼ ਨੂੰ ਪੁੱਛੋ PTI ਵਾਲੇ ਨੂੰ, ਅਤੇ ਉਹਨਾਂ ਨੇ ਆਖਣਾ ਵੀ ਮੈਂ ਹਰ ਸ਼ੈ ਥੰਮੀ ਹੈ, ਅਤੇ ਜਿੰਨਾ ਪਾਕਿਸਤਾਨ ਨੂੰ ਮੈਂ ਸਿਕਿਉਰ ਬਣਾਇਆ ਉਹਨਾਂ ਤੇ ਕਿਸੇ ਹੋਰ ਬੰਦੇ ਨੇ ਬਣਾਇਆ ਹੀ ਨਹੀਂ। ਅੱਛਾ ਜੀ, ਡਾਕਟਰਾਂ ਦੀ ਬੜੀ ਜ਼ਿਆਦਾ ਸ਼ਾਮਤ ਆਈ ਹੈ ਇਸ ਵੇਲੇ। ਡਾਕਟਰ ਜਿਹੜੇ ਨੇ ਉਹ ਦਵਾਈ ਲਿਖਦੇ ਨੇ ਅਗਰ ਮਰੀਜ਼ ਨੂੰ ਹਸਪਤਾਲ 'ਚ ਹੈ ਨਹੀਂ। ਅੱਛਾ, ਹਸਪਤਾਲ 'ਚ ਪਿੱਛੋਂ ਦਵਾਈਆਂ ਦੇਣ ਨਹੀਂ ਰਹੇ। ਜੇ ਉਹ ਬਾਹਰ ਮਰੀਜ਼ ਨੂੰ ਬਚਾਉਣ ਵਾਸਤੇ ਬਾਹਰੋਂ ਦਵਾਈ ਲਿਖ ਦਿੰਦੇ, ਡਾਕਟਰ ਨੂੰ ਜਿਹੜਾ ਮੁਅੱਤਲ ਕਰ ਦਿੰਦੇ ਨੇ। ਹੁਣ ਇਹ ਮੁਲਤਾਨ ਦੇ ਵਿੱਚ ਡਾਕਟਰ ਸਾਹਿਬਾਂ ਨੇ ਨਿਸ਼ਤਰ ਹਸਪੀਟਲ ਦੇ ਵਿੱਚ ਡਾਕਟਰ ਰਕਈਆ ਮਾਨੂਰ ਕੁਰੈਸ਼ੀ, ਉਹਨਾਂ ਨੇ ਜਿਹੜੀ ਦਵਾਈ ਲਿਖਣੀ ਸੀ ਉਹ ਹਸਪੀਟਲ ਦੇ ਵਿੱਚ ਹੈ ਨਹੀਂ ਸੀ, ਉਹਨਾਂ ਲਿਖ ਦਿੱਤੀ ਕਿ ਬਾਹਰੋਂ ਲੈ ਲਓ। ਉਹਨਾਂ ਨੂੰ ਜਾ ਕੇ ਮੁਅੱਤਲ ਕਰ ਬਈ, ਜਾਂ ਤਾਂ ਹਸਪਤਾਲ ਦੇ ਵਿੱਚ ਦਵਾਈਆਂ ਫਿਰ ਜਿਹੜੀਆਂ ਨੇ ਉਹ ਮੁਹੱਈਆ ਕਰੋ, ਮੇਕ ਸ਼ੋਰ ਕਰੋ ਵੀ ਉੱਥੇ ਦਵਾਈਆਂ ਹੈ ਨੇ। ਅਤੇ ਜੇ ਦਵਾਈਆਂ ਉੱਥੇ ਨਹੀਂ ਹੈਗੀਆਂ ਤਾਂ ਫਿਰ ਡਾਕਟਰ ਨੇ ਤਾਂ ਮਰੀਜ਼ ਨੂੰ ਬਚਾਉਣਾ, ਉਹਨੇ ਇਹ ਤਾਂ ਨਹੀਂ ਦੇਖਣਾ ਵੀ ਦਵਾਈ ਨਹੀਂ ਤਾਂ ਮਰੀਜ਼ ਮਰ ਜਾਏ। ਲੇਕਿਨ ਬਾਜੀ ਦਾ ਡਾਕਟਰਾਂ ਦੇ ਉੱਤੇ ਗੁੱਸਾ ਹੀ ਬੜਾ ਹੈ। ਬਾਜੀ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡਾਕਟਰਾਂ ਦੇ ਕੋਲੋਂ ਬਦਲਾ ਲੈ ਲਾਂ ਜਿਹੜਾ ਮੈਨੂੰ ਕਿੰਗ ਐਡਵਰਡ ਦੇ ਵਿੱਚੋਂ ਕੱਢਿਆ ਗਿਆ ਸੀ। ਅਗਲੀ ਖਬਰ ਵਾਲੇ ਪਾਸੇ ਆ ਜਾਓ। ਚਿਸ਼ਤੀਆਂ ਵਾਲਿਆਂ ਵਾਸਤੇ ਬਾਜੀ ਨੇ, ਤੁਹਾਨੂੰ ਪਤਾ ਹੀ ਹੈ ਕਿ ਲਾਹੌਰ ਦੇ ਵਿੱਚ ਬਾਜੀ ਉਹ ਟ੍ਰਾਮ ਲੈ ਕੇ ਆਈ ਹੈ। ਉਹ ਜਿਹੜੀ ਟ੍ਰੈਮ ਆਈ ਹੈ ਉਹ ਜਿਹੜੀ ਇੱਕ ਟਾਇਰਾਂ ਦੇ ਉੱਤੇ ਚੱਲਣ ਵਾਲੀ ਜਿਹੜੀ ਲੰਮੀ ਬੱਸ ਹੈ ਟ੍ਰੇਨ ਵਰਗੀ, ਉਹ ਆਈ ਹੈ ਲਾਹੌਰ ਦੇ ਵਿੱਚ। ਬਾਜੀ ਨੇ ਜ਼ਰਾ ਉਹਦਾ ਬੜਾ ਫੋਟੋਸ਼ੂਟ ਵਗੈਰਾ ਕੀਤਾ, ਨਾਲ ਹੀ ਸੋਸ਼ਲ ਮੀਡੀਆ ਵਾਲਿਆਂ ਨੇ ਟਾਇਰ 'ਚੋਂ ਹਵਾ ਕੱਢ ਦਿੱਤੀ ਹੈ। ਟ੍ਰਾਮ ਦੀ ਨਹੀਂ, ਬਾਜੀ ਦੇ ਬਿਆਨੀਏ ਦੇ ਟਾਇਰ 'ਚੋਂ ਹਵਾ। ਹੋਇਆ ਇਹ ਹੈ ਕਿ ਇਹ ਪ੍ਰੋਜੈਕਟ ਸਾਰੇ ਦਾ ਸਾਰਾ ਉਸਮਾਨ ਬੁਜ਼ਦਾਰ ਸਾਹਿਬ ਦਾ ਸੀ, ਅਤੇ ਬਾਜੀ ਨੇ ਪੂਰੀ ਰੰਗਬਾਜ਼ੀ ਕੀਤੀ ਸੀ ਕਿ ਇਹ ਪ੍ਰੋਜੈਕਟ ਮੇਰਾ ਹੈ। ਬਸ ਫਸ ਗਈ ਬਾਜੀ ਫਿਰ। ਔਰ ਬੱਚਾ ਪਾਰਟੀ ਜਿਹੜੀ ਇੰਤਸ਼ਾਰੀ ਟੋਲਾ, ਉਹਨਾਂ ਨੇ ਠੱਕ ਪੂਰੀ ਦੁਨੀਆ ਦੇ ਵਿੱਚ ਉਹ ਰੱਖ ਦਿੱਤਾ, ਦਿਖਾਇਆ ਕਿ ਜੀ ਇਹ ਪੈਸੇ ਵੀ ਬੁਜ਼ਦਾਰ ਨੇ ਦੀ ਹਕੂਮਤ 'ਚ ਇਹਦੇ ਅਪਰੂਵ ਹੋ ਗਏ ਸਨ, ਆਰਡਰ ਵੀ ਹੋ ਗਿਆ ਸੀ, ਇਹ ਪ੍ਰੋਜੈਕਟ ਮੁਕੰਮਲ, ਸਿਰਫ ਇਹ ਡਿਲੀਵਰੀ ਹੋਣੀ ਸੀ ਅਤੇ ਇਹਨੇ ਚੱਲਣਾ ਸੀ। ਜਦੋਂ ਇਹਨਾਂ ਦੀ ਹਕੂਮਤ ਆਈ ਤਾਂ ਇਹਨਾਂ ਢੱਕ ਦਿੱਤਾ ਉਹਦੀ ਡਿਲੀਵਰੀ ਨੂੰ, ਤਾਂ ਕਿ ਇਹਨੂੰ ਲੇਟ ਕਰੀਏ ਅਤੇ ਫਿਰ ਆਪਣੀ ਤਖਤੀ ਲਾ ਸਕੀਏ। ਬਾਜੀ ਦੀ ਵੈਸੇ ਕਿਸਮਤ 'ਚ ਹਜੇ ਤੱਕ ਕੋਈ ਐਸਾ ਪ੍ਰੋਜੈਕਟ ਨਹੀਂ ਜਿਹਦੇ 'ਤੇ ਆਪਣੀ ਤਖਤੀ ਲਾ ਸਕੇ, ਅਤੇ ਉਹਦੇ ਵਿੱਚ ਕਿਤੇ ਮੇਰਾ ਦਰਖਤਾਂ ਨੂੰ ਹੀ ਹੱਥ ਲਾਉਂਦੀ ਰਹੀ ਹੈ। ਬਾਹਰ ਕੋਈ ਨਹੀਂ ਸੀ ਹੈਗਾ, ਬਾਜੀ ਇੰਝ ਹੱਥ ਲਾਉਂਦੀ ਰਹੀ ਹੈ ਦਰਖਤਾਂ ਨੂੰ ਹੀ, ਸਿਰਫ ਇਹ ਦੱਸਣ ਵਾਸਤੇ ਕਿ ਮੈਂ ਬੜੀ ਮਕਬੂਲ ਹੈ। ਅਤੇ ਮਕਬੂਲ ਬਾਜੀ ਜਿੰਨੀ ਹੈਗੀ ਹੈ ਉਹ ਤੁਹਾਨੂੰ ਪਤਾ ਹੀ ਹੈ। ਮੈਂ ਦਿਲ ਕਰੇ ਬਾਜੀ ਜਿਹੜੀ ਹੈ ਉਹ ਆਪਣੇ ਨਾਂ ਦੇ ਅੱਗੇ ਮਕਬੂਲ ਨਾਂ ਰੱਖ ਲਏ। ਲੇਕਿਨ ਚਲੋ ਇਹ ਲਾਹੌਰ ਦੀ ਗੱਲ ਤਾਂ ਹੋ ਗਈ। ਅਸਲ ਖਬਰ ਮੈਂ ਤੁਹਾਨੂੰ ਦੇਣੀ ਸੀ ਚਿਸ਼ਤੀਆਂ ਦੀ। ਹੁਣ ਲਾਹੌਰ ਵਾਲਿਆਂ ਨੂੰ ਤਾਂ ਕਿਸੇ ਨੂੰ ਇਹ ਬੱਸ ਦੇ ਦਿੱਤੀ, ਕਿਸੇ ਨੂੰ ਕੁਝ ਦਿੱਤਾ। ਚਿਸ਼ਤੀਆਂ ਵਾਲਿਆਂ ਵਾਸਤੇ ਵੀ ਬਾਜੀ ਬੜਾ ਵੱਡਾ ਪ੍ਰੋਜੈਕਟ ਲੈ ਕੇ ਆਈ ਹੈ। ਚਿਸ਼ਤੀਆਂ ਵਾਲਿਓ ਸਿੱਧੇ ਹੋ ਕੇ ਬਹਿ ਜਾਓ, ਜ਼ਰਾ ਸਿੱਧੇ ਪੱਧਰੇ ਹੋ ਕੇ ਬਹਿ ਜਾਓ ਬਿਲਕੁਲ ਕੁਰਸੀਆਂ ਦੇ ਉੱਤੇ, ਕਿਉਂਕਿ ਬੜਾ ਵੱਡਾ ਪ੍ਰੋਜੈਕਟ ਹੈ ਜਿਹੜਾ ਬਾਜੀ ਤੁਹਾਡੇ ਲਈ ਲਿਆਈ ਹੈ ਅਤੇ ਮੈਂ ਤੁਹਾਨੂੰ ਦੱਸਣ ਲੱਗਾ। ਬਾਜੀ ਨੇ ਉੱਥੇ ਕਰਵਾਇਆ ਸੈਮੀਨਾਰ, ਜਿੱਥੇ ਬਾਜੀ ਨੇ ਉਹਨਾਂ ਨੂੰ ਦੱਸਿਆ ਵੀ ਮੌਤ ਦਾ ਅੰਦਰਾਜ ਕਿਵੇਂ ਕਰਾਉਣਾ ਹੈ। ਇੱਥੇ ਰੱਖ ਵੀ ਜੇ ਤੁਸੀਂ ਮਰ ਜਾਓ ਤਾਂ ਤੁਸੀਂ ਆਪਣਾ ਅੰਦਰਾਜ ਕਿਵੇਂ ਕਰਾਉਣਾ ਹੈ। ਬਾਜੀ ਨੇ ਐਡਵਾਂਸ ਅੰਦਰਾਜ ਦੀ ਅਜੇ ਆਪਸ਼ਨ ਨਹੀਂ ਦਿੱਤਾ ਵੀ ਜੀ ਮੈਂ 2 ਦਿਨ ਬਾਅਦ ਮਰਨਾ, ਮੇਰਾ ਅੰਦਰਾਜ ਕਰ ਲਓ। ਇਹ ਅਜੇ ਬਾਜੀ ਨੇ ਤੁਹਾਨੂੰ ਫੈਸਿਲਿਟੀ ਨਹੀਂ ਦਿੱਤੀ, ਦੇ ਦੇਣੀ ਹੈ ਬਾਜੀ ਨੇ।
ਚਿਸ਼ਤੀਆਂ ਵਾਲਿਓ ਤੁਹਾਨੂੰ ਪੂਰੀ ਦੁਨੀਆ ਤੋਂ ਗਾਂਹ ਬਾਜੀ ਐਡਵਾਂਸ ਦੇ ਵਿੱਚ ਫੈਸਿਲਿਟੀ ਦੇਗੀ ਕਿ ਤੁਸੀਂ ਮਰਨ ਤੋਂ ਪਹਿਲਾਂ ਹੀ ਆਪਣਾ ਅੰਦਰਾਜ ਕਰਵਾ ਲਓ। ਬਹਰਹਾਲ ਪਦਾਇਸ਼ ਦਾ ਔਰ ਮਰਨ ਦੇ ਅੰਦਰਾਜ ਦੇ ਉੱਤੇ ਬਾਜੀ ਉੱਥੇ ਸੈਮੀਨਾਰ ਕਰਵਾ ਰਹੀ ਹੈ ਵੀ ਅੰਦਰਾਜ ਕਿਵੇਂ ਕਰਾਉਣਾ। ਮਾਲ ਪਾਣੀ ਬਣਾਉਣ ਦਾ ਕੰਮ ਬਾਕੀ ਸਾਰਿਆਂ ਨੂੰ ਪਤਾ ਹੈ ਵੀ ਅੰਦਰਾਜ ਕਿਵੇਂ ਕਰਾਉਣਾ। ਨਾਦਰਾ ਦੇ ਦਫ਼ਤਰ ਜਾਣਾ ਜਾਂ ਜਿਹੜਾ ਯੂਨੀਅਨ ਕੌਂਸਲ ਹੈ ਉੱਥੇ ਜਾ ਕੇ ਤੇ ਆਪਣਾ ਫਾਰਮ ਭਰ ਕੇ ਦੇ ਦੇਣਾ, ਤੇ ਇਹਦੇ 'ਤੇ ਐਡੀ ਲੰਮੀ ਚੌੜੀ ਗੱਲ ਕਰਨ ਦੀ ਕਿਹੜੀ ਲੋੜ ਹੈ। ਜਾਂ ਔਨਲਾਈਨ ਅਗਰ ਸਿਸਟਮ ਬਣਾਇਆ ਤਾਂ ਉਹਦੇ 'ਤੇ ਹੋ ਜਾਣਾ, ਲੇਕਿਨ ਕਿਉਂਕਿ ਮਾਲ ਪਾਣੀ ਬਣਾਉਣਾ ਹੈ ਤੇ ਉੱਥੇ ਫਿਰ ਜ਼ਾਹਿਰ ਹੈ ਕੋਈ ਇਸ ਤਰ੍ਹਾਂ ਦੇ ਮਾਮਲੇ ਕਰਨਗੇ DC ਸਾਹਿਬ, ਤੇ ਉਹ ਫਿਰ ਉੱਥੋਂ ਪੈਸੇ ਬਣਾਉਣਗੇ ਕਿ ਅਸੀਂ ਜਨਾਬ ਇੱਥੇ ਇਹ ਵੀ ਸੈਮੀਨਾਰ ਕਰਵਾਇਆ ਸੀ ਤੇ ਇਹ ਵੀ ਸੈਮੀਨਾਰ ਕਰਵਾਇਆ ਸੀ। ਅੱਛਾ ਜੀ, ਗਵਾਦਰ ਪੋਰਟ ਤੋਂ ਪਾਕਿਸਤਾਨ ਦਾ ਜਿਹੜਾ ਉੱਥੇ ਖਸੂਸੀ ਇੰਡਸਟਰੀਅਲ ਜ਼ੋਨ ਹੈ, ਉੱਥੇ ਗਧੇ ਦੇ ਗੋਸ਼ਤ ਦੀ ਪਹਿਲੀ ਤਸਦੀਕਸ਼ੁਦਾ ਫੈਕਟਰੀ ਜਿਹੜੀ ਹੈ ਉਹਦਾ ਪਤਾ ਲੱਗ ਗਿਆ। ਖੱਲਾਂ ਉੱਥੋਂ ਹੋਣਗੀਆਂ ਚਾਈਨਾ 'ਚ ਸਪਲਾਈ, ਅਤੇ ਗੋਸ਼ਤ ਹੋਏਗਾ ਸ਼ਵਾਰਮੇ 'ਚ। ਹੁਣ ਤੁਹਾਡੀ ਮਰਜ਼ੀ ਹੈ, ਤੁਸੀਂ ਜਿਹੋ ਜਿਹਾ ਸ਼ਵਾਰਮਾ ਖਾਣਾ ਹੈ ਉਹ ਖਾਈ ਜਾਓ। ਬਹਰਹਾਲ ਖੱਲਾਂ ਜਿਹੜੀਆਂ ਨੇ ਉਹ ਚਾਈਨਾ, ਅਤੇ ਜਿਹੜਾ ਨਾ ਉਹ ਜਿਵੇਂ ਗੋਸ਼ਤ ਤੁਹਾਡਾ ਹੁੰਦਾ ਅਤੇ ਖੱਲ ਜਿਹੜੀ ਸ਼ੌਕਤ ਖਾਨਮ ਮੈਮੋਰੀਅਲ ਹਸਪਤਾਲ ਦੀ ਹੁੰਦੀ ਹੈ, ਉਸੇ ਤਰੀਕੇ ਨਾਲ ਖੱਲ ਜਿਹੜੀ ਹੈ ਖੋਤੇ ਵਾਲੀ ਚਾਈਨਾ ਦੀ, ਅਤੇ ਜਿਹੜੀ ਦੂਸਰਾ ਕੰਮ ਹੈ ਗੋਸ਼ਤ ਵਾਲਾ ਉਹ ਤੁਹਾਡਾ। ਅਤੇ ਇਹ ਖੈਰ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਵੀ ਉੱਥੋਂ ਕਿਹੜੇ ਪਾਸੇ ਜਾਂਦੇ। ਅੱਛਾ ਜੀ, ਚਾਹਤ ਫਤਿਹ ਅਲੀ ਖਾਨ ਸਾਹਿਬ ਨੇ ਨਵਾਂ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਮੈਂ ਪਾਕਿਸਤਾਨ ਦਾ ਨੰਬਰ 1 ਗੁਲੂਕਾਰ ਹੈ ਔਰ ਮੇਰੇ ਤੋਂ ਕਾਫੀ ਪਿੱਛੇ ਆਤਿਫ ਅਸਲਮ ਸਾਹਿਬ ਨੇ, ਅਤੇ ਉਹਨਾਂ ਕਿਹਾ ਅਗਰ ਮੈਨੂੰ ਕੋਈ ਤੁਸੀਂ ਆਖੋ ਤੀਸਰੇ ਨੰਬਰ 'ਤੇ ਵੈਸੇ ਹੈ ਤਾਂ ਕੋਈ ਨਹੀਂ, ਲੇਕਿਨ ਉਹਨਾਂ ਨੇ ਕਿਹਾ ਕਿ ਮੈਂ ਥੋੜ੍ਹੇ ਜਿਹੇ ਤਾਰੀਫੀ ਨੰਬਰ ਦੇ ਕੇ ਤੇ ਮੈਂ ਜਿਹੜਾ ਰਾਹਤ ਫਤਿਹ ਅਲੀ ਖਾਨ ਹੈ ਉਹਨੂੰ ਤੀਸਰੇ ਨੰਬਰ 'ਤੇ ਰੱਖ ਸਕਦਾ। ਲੇਕਿਨ ਚਾਹਤ ਫਤਿਹ ਅਲੀ ਖਾਨ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੇ ਆਪ ਨੂੰ ਨੰਬਰ 1 ਸਿੰਗਰ ਜਿਹੜਾ ਡਿਕਲੇਅਰ ਕੀਤਾ, ਅਤੇ ਲੋਕ ਵੇਲਾਂ ਵੂਲਾਂ ਕਰਾਉਂਦੇ ਨੇ। ਇਹ ਅਗਰ ਯਕੀਨ ਕਰੋ, ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਕਾਨੂੰਨ ਸ਼ਾਨੂਨ ਹੈ, ਅਗਰ ਇਹ ਅੱਜ ਤੋਂ 20-50 ਸਾਲ ਪਹਿਲਾਂ ਹੁੰਦੇ ਅਤੇ ਇਹਨਾਂ ਨੂੰ ਵੇਲਾਂ ਦੇ ਥਾਂ 'ਤੇ ਯਕੀਨ ਕਰੋ ਲਿੱਤਰ ਪਿਆ ਕਰਨੇ ਸੀ। ਜਿਹੜੇ ਥਾਂ 'ਤੇ ਇਹਨਾਂ ਨੇ ਗਾਉਣਾ ਸੀ, ਜਿਵੇਂ ਕਿਸੇ ਬੰਦੇ ਨੂੰ 10 ਵੇਲਾਂ ਹੁੰਦੀਆਂ ਨੇ, ਇਹਨਾਂ ਨੂੰ 10 ਲਿੱਤਰ ਹੋਣੇ ਸਨ। ਮੈਂ ਨਹੀਂ ਆਂਦਾ ਅੱਲਾ ਮਾफ़ ਕਰੇ ਇਹਨਾਂ ਨੂੰ ਕੋਈ ਮਾਰੇ, ਮੈਂ ਅਜ਼ਰਤ ਤਫੰਨਨ ਕਹਿ ਰਿਹਾ ਕਿ ਇਹਨਾਂ ਦਾ ਇਲਾਜ ਲੋਕਾਂ ਨੇ ਕਰਨਾ ਸੀ, ਕਿਉਂਕਿ ਜਿੱਡੇ ਭੈੜੇ ਸੁਰ 'ਚ ਗਾਉਂਦੇ ਨੇ, ਜਿੱਡੇ ਭੈੜੇ ਸੁਰ 'ਚ ਗਾਉਂਦੇ ਨੇ, ਜਿਹੜੇ ਬੰਦੇ ਨੂੰ ਇਹਨਾਂ ਦਾ ਗਾਣਾ ਸੁਣਨਾ ਪੈ ਜਾਏ ਉਹਨੂੰ ਉਸ ਤੋਂ ਬਾਅਦ ਮੇਰਾ ਨਹੀਂ ਖਿਆਲ ਉਹ ਦੋਜ਼ਖ ਜਾਏਗਾ, ਕਿਉਂਕਿ ਉਹਨੇ ਦੋਜ਼ਖ ਇੱਥੇ ਹੀ ਵੇਖ ਲਈ, ਉਹਨੇ ਇੱਥੇ ਹੀ ਬਰਦਾਸ਼ਤ ਜਿਹੜੀ ਉਹ ਕਰ ਲਈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਇੱਕ ਕਰਾਚੀ ਤੋਂ ਖਬਰ ਰੱਖਦੇ, ਕਿਉਂਕਿ ਰੋਜ਼ ਹੀ ਅਸੀਂ ਤੁਹਾਨੂੰ ਪਤਾ ਹੈ ਕਿ ਸਾਡੇ ਚੌਧਰੀ ਸਾਹਿਬ ਦੇ ਦੇਸ਼ ਦੇ ਵਿੱਚ ਰੋਜ਼ ਹੀ ਰਿਕਾਰਡ ਕਾਇਮ ਹੋਣੇ ਨੇ। ਇਹ ਜ਼ਰਾ ਵੀਡੀਓ ਵੇਖ ਲਓ, ਤੁਹਾਨੂੰ ਆਪੇ ਅੰਦਾਜ਼ਾ ਹੋ ਜਾਏਗਾ ਕੀ ਹੈ। ਮੇਰਾ ਤਾਂ ਦਿਲ ਨਹੀਂ ਕਰਦਾ ਤੁਹਾਨੂੰ ਦੱਸਾਂ, ਇਹ ਜ਼ਰਾ ਵੇਖ ਲਓ। ये शॉप है जहाँ से मैंने भी लिया, इनके रेट बड़े अच्छे हैं, बहुत अच्छी इनकी क्वालिटी वाली चीज़ें मिल रही हैं यहाँ पे, बहुत ज़बरदस्त चीज़ें। भाई मुझे एक पेपर प्लेट देंगे आप? माशाल्लाह हमारा एटमी तहक़त मुल्क है और ये पेपर प्लेट इस्तेमाल हो रही है, यानी पाकिस्तान के इतने बुरे हालात हो गए। इसको पढ़ो तो ये है क्या लिखा हुआ? ये मैं तो इसको वो नहीं करता ना, ये तो नहीं मैं बता रहा हूँ। आप सही कह रहे हैं। तो कराची एयरपोर्ट है, कराची इंटरनेशनल एयरपोर्ट, बेहतरीन सैंडविच बहुत मजे का पटेगी, लेकिन जिस प्लेट में दे रहे हैं मैं समझ गया आपकी बात। वो कॉन्डम की जो पैकिंग है जो बची हुई उसकी पेपर प्लेट दे रहे हैं। अफसोस का मकाम है, हमारे मुल्क के ऊपर रोना चाहिए। ਵੇਖ ਲਈ ਜੇ ਉਹ ਆਂਦੇ ਨੇ ਕਿ ਜਿਹੜੇ ਕੌਂਡਮ ਨੇ ਉਹਨਾਂ ਦੇ ਬਾਕਸਿਸ ਦੀ ਬਣੀ ਹੋਈ ਪਲੇਟ ਜਿਹੜੀ ਉਹਦੇ 'ਚ ਰੋਟੀ ਦੇ ਰਹੇ। ਮਤਲਬ ਚਲੋ ਜੀ, ਇਹਦਾ ਵੀ ਕੋਈ ਤੁਹਾਡੇ ਪਿੱਛੇ ਦੀ ਸਾਇੰਸ ਹੋਏਗੀ। ਅਤੇ ਹੁਣ ਸਾਡੇ ਪਿੰਡਾਂ ਦੇ ਕਈ ਬੰਦਿਆਂ ਨੇ ਕਹਿਣਾ ਵੀ ਇਸ ਪਲੇਟ ਜਿਹਨੇ ਰੋਟੀ ਖਾ ਲਈ ਉਹ ਉਸ ਤੋਂ ਬਾਅਦ ਫਿਰ ਉਹਦਾ ਮੁਕੰਮਲ ਹੀ ਇਹਨਾਂ ਨੇ ਕੰਮ ਕਰ ਛੱਡਿਆ। ਅਤੇ ਮਤਲਬ ਤਰ੍ਹਾਂ ਦੀਆਂ ਇਹਦੇ ਵਿੱਚੋਂ ਸਾਇੰਸਦਾਨਾਂ ਨੇ ਥਿਊਰੀਆਂ ਬਣਾਉਣੀਆਂ ਨੇ, ਅਤੇ ਉੱਤੋਂ ਜਿਹੜੇ ਦੇਣ ਵਾਲੇ ਸਾਇੰਸਦਾਨ ਨੇ ਉਹਨਾਂ ਦੀ ਵੀ ਸੋਚੋ, ਅਤੇ ਉੱਤੋਂ ਇਹ ਜਿਹੜੇ ਇਹਨਾਂ ਦੇ ਉੱਤੇ ਤਬਸਰੇ ਕਰਨ ਵਾਲੇ ਸਾਇੰਸਦਾਨ ਨੇ ਉਹਨਾਂ ਦੀ ਵੀ ਸੋਚੋ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।